ਟਾਈਗਰ ਤੇ ਡਰੈਗਨ ਆਪਣੇ ਆਪ ਵਿੱਚ ਇੱਕ ਵੱਡੀਆਂ ਸ਼ਕਤੀਆਂ ਹਨ ਔਰ ਦੋਵੇਂ ਆਪੋ ਆਪਣੇ ਕੰਮ ਵਿੱਚ ਮਾਹਰ ਵੀ ਹਨ ਔਰ ਜਦੋਂ ਇਹਨਾਂ ਦੀ ਦੋਸਤੀ ਹੋ ਜਾਏ ਤੇ ਤਾਕਤ ਦੂਣੀ ਹੋ ਜਾਂਦੀ ਹੈ। ਚਾਈਨਾ ਦੇ ਸ਼ਹਿਰ ਤਿਆਨਜਨ ਵਿੱਚ ਹੋਈ ਐਸਸੀਓ ਸਮਿਟ ਦੇ ਦੌਰਾਨ ਭਾਰਤ ਔਰ ਚੀਨ ਦੀ ਮੁਲਾਕਾਤ ਵਿੱਚ ਕੀ ਹੋਇਆ ਇਹਦੇ ਬਾਰੇ ਕਰਦੇ ਹਾਂ ਗੱਲ। ਵੈਲਕਮ ਟੂ ਮਾਈ ਵਲੌਗ ਔਰ ਮੈਂ ਹਾਂ ਰਵਿੰਦਰ ਸਿੰਘ ਰੋਬਿਨ। ਅੱਜ ਦੇ ਐਪੀਸੋਡ ਵਿੱਚ ਥੋੜਾ ਜਿਹਾ ਖਾਸ ਹੈ ਕਿਉਂਕਿ ਇੰਡੀਆ ਦੀ ਫੋਰਨ ਪਾਲਿਸੀ ਦੇ ਵਿੱਚ ਇੱਕ ਐਵੋਲੂਸ਼ਨ ਬਾਰੇ ਗੱਲ ਕਰ ਰਹੇ ਹਾਂ। ਨੌਨ ਅਲਾਈਨਮੈਂਟ ਟੂ ਮਲਟੀ ਅਲਾਈਨਮੈਂਟ ਤੱਕ ਦਾ ਸਫ਼ਰ। ਤਿਆਨਜਨ ਵਿੱਚ ਪ੍ਰਧਾਨ ਮੰਤਰੀ ਮੋਦੀ ਤੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦੀ ਰੀਸੈਂਟ ਸਾਈਡਲਾਈਨ ਦੇ ਹੋਈ ਮੀਟਿੰਗ ਦਾ ਇੰਪੋਰਟੈਂਟ ਮਾਈਲਸਟੋਨ ਦੇ ਤੌਰ ਤੇ ਵੇਖੀ ਜਾ ਰਹੀ ਹੈ। ਪਰ ਸਵਾਲ ਇਹ ਹੈ ਕਿ ਇਹ ਮੀਟਿੰਗ ਦਾ ਅਸਲੀ ਮਤਲਬ ਕੀ ਸੀ ਤੇ ਕੀ ਨਹੀਂ ਸੀ। ਇਸ ਨੂੰ ਇੱਕ ਗਰਾਊਂਡਡ ਤੇ ਐਨਾਲਿਟਿਕ ਲੈਂਸ ਤੋਂ ਸਮਝਣਾ ਜ਼ਰੂਰੀ ਹੈ। ਕੋਈ ਹਾਈਪ ਨਹੀਂ ਹੈ, ਕੋਈ ਸਪੈਕੂਲੇਸ਼ਨ ਨਹੀਂ ਹੈ, ਸਿਰਫ ਫੈਕਟਸ, ਕੰਟੈਕਸਟ ਤੇ ਕਲੀਅਰ ਥਿੰਕਿੰਗ ਹੈ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਭਾਰਤ ਆਪਣੀ ਨੌਨ ਅਲਾਈਨਮੈਂਟ ਮਾਡਲ ਤੋਂ ਮਲਟੀ ਅਲਾਈਨਮੈਂਟ ਮਾਡਲ ਦੇ ਦੌਰਾਨ ਬ੍ਰਿਕਸ, ਐਸਸੀਓ, ਕੁਆਡ, G20 ਵਰਗੇ ਸਾਰੇ ਪੈਰਲਲ ਟਰੈਕ ਤੇ ਸਾਈਮਲਟੇਨੀਅਸਲੀ ਚੱਲ ਰਿਹਾ। ਫੋਰਮ ਬਾਈ ਫੋਰਮ, ਇਸ਼ੂ ਬਾਈ ਇਸ਼ੂ ਪਾਰਟਨਰਸ਼ਿਪਸ ਹੋ ਰਹੀ ਹੈ। ਇੱਕ ਅਪਰੋਚ ਰਸ਼ੀਆ ਚਾਈਨਾ ਦੇ ਨਾਲ ਚੈਨਲ ਖੁੱਲ੍ਹੇ ਰੱਖਣ ਦੀ ਹੈ, ਜਦਕਿ ਸਟ੍ਰੈਟੇਜਿਕ ਟੈਕਨੋਲੋਜੀ, ਡਿਫੈਂਸ, ਇੰਡੋ ਰਸ਼ੀਅਨ ਕੋਆਪਰੇਸ਼ਨ ਵਧਾ ਰਹੀ ਹੈ ਔਰ ਦੂਜੇ ਪਾਸੇ ਪੈਰਲਲ ਟਰੈਕ ਵੀ ਚੱਲ ਰਿਹਾ। ਤਿਆਨਜਨ ਵਿੱਚ ਐਸਸੀਓ ਦੀ ਸਾਈਡਲਾਈਨ ਤੇ ਮੋਦੀ ਸ਼ੀ ਜਿਨਪਿੰਗ ਦੀ ਮੁਲਾਕਾਤ ਨੂੰ ਫਾਰਮਰ ਐਂਬੈਸਡਰ ਵਿਜੇ ਗੋਖਲੇ is terming as a process of re-engagement। ਪ੍ਰੈਡਿਕਟੇਬਲ ਟਰੈਕ ਤੇ ਆਉਣ ਦੀ ਕੋਸ਼ਿਸ਼ ਹੋ ਰਹੀ ਹੈ ਲੇਕਿਨ ਹਾਲੀ ਟੋਟਲ ਟਰਸਟ ਨਜ਼ਰ ਨਹੀਂ ਆਉਂਦਾ। ਟਰਸਟ ਉਦੋਂ ਆਏਗਾ ਜਦੋਂ ਕੰਕਰੀਟ ਐਕਸ਼ਨ ਸਾਹਮਣੇ ਆਉਣਗੇ। ਗਲਵਾਨ ਘਾਟੀ ਵਿੱਚ 2020 ਹੋਈਆਂ ਘਟਨਾਵਾਂ ਨੇ ਟਰਸਟ ਨੂੰ ਨੁਕਸਾਨ ਪਹੁੰਚਾਇਆ ਸੀ। ਡਿਸਐਂਗੇਜਮੈਂਟ ਸਟੈਪਸ 2024-25 ਵਿੱਚ ਹੋਏ ਪਰ ਬਾਉਂਡਰੀ ਡਿਸਪਿਊਟ ਤੇ ਡੀ-ਐਸਕੇਲੇਸ਼ਨ ਪ੍ਰਾਇਮਰੀ ਕੰਸਰਨ ਹਨ। ਸੋ ਫੋਟੋ ਆਪਸ ਤੋਂ ਅੱਗੇ ਭਾਰਤ LAC ਮੈਕੈਨਿਜ਼ਮ ਵੈਰੀਫਾਈਏਬਲ ਪ੍ਰੋਗਰੈਸ ਦੇਖਣਾ ਚਾਹੁੰਦਾ ਹੈ। ਕਈ ਲੋਕ ਗੱਲ ਕਰ ਰਹੇ ਹਨ ਕਿ ਚਾਈਨਾ ਨਾਲ ਅਗਰ ਰਿਸ਼ਤੇ ਸੁਧਰ ਗਏ ਤਾਂ ਕਿ US ਪਾਰਟਨਰਸ਼ਿਪ ਕਮਜ਼ੋਰ ਹੋ ਜਾਏਗੀ। ਸੋ ਐਂਬੈਸਡਰ ਗੋਖਲੇ ਮੰਨਦੇ ਹਨ ਕਿ ਨਹੀਂ, ਇੰਡੀਆ ਇਜ਼ ਨੋਟ ਅ ਟ੍ਰਾਂਜੈਕਸ਼ਨਲ ਪਾਵਰ, ਸਿਵਲਾਈਜੇਸ਼ਨ ਲੌਂਗ ਟਰਮ ਬਿਲਡਰ ਹੈ। So Indo-US working together on critical high impact technologies to boost security, economy, innovation, not just regular trade gadgets। ਇਹ ਠੀਕ ਹੈ ਕਿ ਇਸ ਵੇਲੇ ਟਰੰਪ era ਟ੍ਰੇਡ ਟੈਰਿਫ ਟਰਬੂਲੈਂਸ ਤੇ ਅਨਪ੍ਰੈਡਿਕਟੇਬਲ ਅਪਸ ਐਂਡ ਡਾਊਨਸ ਚੱਲ ਰਹੇ ਹਨ ਪਰ ਸਟਰਕਚਰਲ ਇੰਟਰਸਟ ਦੇ ਉੱਤੇ ਵਾਸ਼ਿੰਗਟਨ ਐਂਡ ਦਿੱਲੀ ਦੋਵੇਂ ਕੰਮ ਕਰ ਰਹੇ ਹਨ। ਸੋ ਅਗਲੇ 12 ਮਹੀਨਿਆਂ ਵਿੱਚ ਕੀ ਵੇਖਣ ਨੂੰ ਮਿਲ ਸਕਦਾ ਹੈ? ਐਕਸਪਰਟਸ ਮੰਨਦੇ ਹਨ ਕਿ ਡਾਇਲੋਗ ਚੈਨਲਸ ਓਪਨ ਹੋਣਗੇ, ਰੀਓਪਨ ਹੋਣਗੇ, ਕਲਚਰਲ ਐਕਸਚੇਂਜਸ, ਵੀਜ਼ਾ, ਰਿਵਰ ਡਾਟਾ ਸ਼ੇਅਰਿੰਗ, 에ਅਰ ਲਿੰਕਸ ਸਭ ਕੁਝ ਹੋ ਸਕਦਾ ਹੈ ਲੇਕਿਨ ਇਹ ਸਭ ਕੁਝ LAC ਦੇ ਉੱਤੇ ਪੀਸ ਕਿੰਨਾ ਰਹਿੰਦਾ ਹੈ ਉਹਦੇ ਤੇ ਡਿਪੈਂਡ ਕਰੇਗਾ। ਫਾਈਨਲੀ ਐਕਸਪਰਟਸ ਮੰਨਦੇ ਹਨ ਕਿ ਇੱਕ ਸਟੇਬਲ ਇੰਡੀਆ ਚਾਈਨਾ ਰਿਲੇਸ਼ਨਸ਼ਿਪ ਕੋਐਗਜ਼ਿਸਟ ਕਰ ਸਕਦੀ ਹੈ ਵਿਦ ਅ ਸਟ੍ਰੈਟੇਜਿਕ Indo-US ਪਾਰਟਨਰਸ਼ਿਪ। ਸੋ ਤੁਸੀਂ ਬੈਲੈਂਸ, ਰਿਸਪੈਕਟੇਬਲ ਡਿਪਲੋਮੇਸੀ ਰੱਖਦੇ ਹੋ ਤਾਂ ਗਰੋਥ, ਪੀਸ ਤੇ ਗਲੋਬਲ ਰਿਸਪੈਕਟ ਓਰੀਜਨਲੀ ਬਿਲਡ ਹੁੰਦੇ ਹਨ ਤੇ ਇੰਡੀਆ ਦਾ ਸਵੀਟ ਸਪੌਟ ਇਹ ਹੈ ਕਿ ਉਹ ਮਲਟੀਪੋਲਰ ਵਰਲਡ ਵਿੱਚ ਆਪਣੀ ਹੋਂਦ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਅੱਜ ਦਾ ਵਲੌਗ ਤੁਹਾਨੂੰ ਕਿਹੋ ਜਿਹਾ ਲੱਗਿਆ? ਆਪਣੇ ਕਮੈਂਟਸ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਜ਼ਰੂਰ ਸ਼ੇਅਰ ਕਰਿਓ। ਅਗਲੇ ਵਲੌਗ ਤੱਕ ਰੱਬ ਰਾਖਾ।